ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਦਿਆਰਥੀਓ, ਅੱਜ ਅਸੀਂ ਆਪਣੀ ਵਿਆਕਰਨ ਦੀ ਪਾਠ ਪੁਸਤਕ ਤੇ ਕਹਾਣੀ ਰਚਨਾ ਭਾਗ ਵਿੱਚੋਂ ਕਹਾਣੀ ਪੜ੍ਹਨ ਜਾ ਰਹੇ ਹਾਂ। ਠੀਕ ਹੈ, ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਕਹਾਣੀ ਰਚਨਾ ਬਾਰੇ ਕੁਝ ਬਹੁਤ ਹੀ ਮਹੱਤਵਪੂਰਨ ਗੱਲਾਂ ਨੇ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ। ਹਾਂਜੀ ਬੱਚੇ, ਕਹਾਣੀਆਂ ਜਿਹੜੀਆਂ ਸੁਣਨੀਆਂ ਅਤੇ ਪੜ੍ਹਨੀਆਂ ਸਾਰਿਆਂ ਨੂੰ ਬਹੁਤ ਹੀ ਚੰਗੀਆਂ ਲੱਗਦੀਆਂ ਹਨ। ਠੀਕ ਹੈ, ਕਲਪਨਾ ਨਾਲ ਭਰਪੂਰ ਹੁੰਦੀਆਂ ਨੇ, ਸਾਡੇ ਜੀਵਨ ਨੂੰ ਇੱਕ ਚੰਗੀ ਸੇਧ ਦਿੰਦੀਆਂ ਨੇ, ਸਿੱਖਿਆਦਾਇਕ ਹੁੰਦੀਆਂ ਨੇ, ਸਾਨੂੰ ਕੁਝ ਨਾ ਕੁਝ ਸਿੱਖਿਆ ਜ਼ਰੂਰ ਮਿਲਦੀ ਹੈ ਕਹਾਣੀ ਪੜ੍ਹਨ ਤੋਂ। ਠੀਕ ਹੈ, ਅਤੇ ਅਸੀਂ ਕਹਾਣੀ ਆਪਣੇ ਨਾਨਾ ਜੀ, ਨਾਨੀ ਜੀ, ਦਾਦਾ ਜੀ, ਦਾਦੀ ਜੀ, ਮਾਤਾ ਪਿਤਾ ਆਦਿ ਸਭ ਤੋਂ ਹੀ ਕਹਾਣੀਆਂ ਸੁਣਦੇ ਹਾਂ ਅਤੇ ਸੁਣਦੇ ਰਹੇ ਹਾਂ। ਕਹਾਣੀਆਂ ਸੁਣਨ ਦੇ ਨਾਲ ਸਾਡੀ ਜਿਹੜੀ ਮਾਨਸਿਕ ਸ਼ਕਤੀ ਹੈ ਉਹ ਵੀ ਤੇਜ਼ ਹੁੰਦੀ ਹੈ। ਠੀਕ ਹੈ, ਮਾਨਸਿਕ ਵਿਕਾਸ ਹੁੰਦਾ ਹੈ ਸਾਡੀ ਸੋਚ ਜਿਹੜੀ ਹੈ ਉਹਦੇ ਵਿੱਚ ਵੀ ਤਬਦੀਲੀ ਆਉਂਦੀ ਹੈ। ਸਾਡਾ ਜਿਹੜਾ ਚਰਿੱਤਰ ਹੈ ਉਸ ਦਾ ਵੀ ਇੱਕ ਵਧੀਆ ਚਰਿੱਤਰ ਹੈ ਉਸ ਦਾ ਨਿਰਮਾਣ ਹੋ ਕੇ ਆਉਂਦਾ ਹੈ। ਦੇਖੋ, ਜਦੋਂ ਅਸੀਂ ਕੋਈ ਵਧੀਆ ਕਹਾਣੀ ਜਾਂ ਕੋਈ ਵਧੀਆ ਚੀਜ਼ ਸੁਣਦੇ ਹਾਂ ਉਸ ਦੇ ਅਨੁਸਾਰ ਹੀ ਸਾਡੀ ਸੋਚ ਹੈ ਉਹਦਾ ਵਿਕਾਸ ਹੁੰਦਾ ਹੈ। ਜਦੋਂ ਸਾਨੂੰ ਇੱਕ ਜੋਸ਼ ਭਰਪੂਰ ਜਾਂ ਇੱਕ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ ਅਤੇ ਸਾਡੇ ਅੰਦਰ ਵੀ ਇੱਕ ਜੋਸ਼ ਆਉਂਦਾ ਹੈ। ਜਦੋਂ ਸਾਨੂੰ ਕੋਈ ਸਿੱਖਿਆਦਾਇਕ ਕਹਾਣੀ ਸੁਣਾਈ ਜਾਂਦੀ ਹੈ ਅਤੇ ਸਾਡੇ ਅੰਦਰ ਵੀ ਉਹ ਚੀਜ਼ ਹੈ ਉਹਦਾ ਵਿਕਾਸ ਹੁੰਦਾ ਹੈ ਕਿ ਅਸੀਂ ਵੀ ਇਸ ਤਰ੍ਹਾਂ ਦੇ ਇਨਸਾਨ ਬਣਾਂਗੇ। ਜਦੋਂ ਅਸੀਂ ਸਰਦਾਰ ਭਗਤ ਸਿੰਘ ਦੀ ਕਹਾਣੀ ਸੁਣਦੇ ਹਾਂ, ਉਹਨਾਂ ਦੇ ਜੀਵਨ ਦੀਆਂ ਕਹਾਣੀਆਂ ਸੁਣਦੇ ਹਾਂ ਅਤੇ ਸਾਨੂੰ ਉਹਨਾਂ ਵਰਗੇ ਬਣਨ ਦਾ ਚਾਹਤ ਜਿਹੜੀ ਅੰਦਰੋਂ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਹੀ ਅਸੀਂ ਜਦੋਂ ਵੀ ਹੋਰ ਕਿਸੇ ਨਾਇਕ ਬਾਰੇ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ, ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ ਜਾਂ ਸਾਰੇ ਗੁਰੂ ਸਾਹਿਬਾਨਾਂ ਬਾਰੇ, ਸਾਰੇ ਮਹਾਨ ਸ਼ਹੀਦਾਂ ਬਾਰੇ ਜਾਂ ਕਿਸੇ ਵੀ ਇਹੋ ਜਿਹੇ ਪਹਿਲੂ ਬਾਰੇ ਕਹਾਣੀ ਸੁਣਦੇ ਹਾਂ ਕਿ ਸਾਡੇ ਜੀਵਨ ਵਿੱਚ ਵੀ ਉਸੇ ਤਰ੍ਹਾਂ ਦਾ ਹੀ ਜਿਹੜੀ ਤਬਦੀਲੀ ਹੈ ਉਹ ਜ਼ਰੂਰ ਆਉਂਦੀ ਹੈ, ਚਾਹੇ ਉਹ ਕੁਝ ਚਿਰ ਲਈ ਹੋਵੇ। ਜਦੋਂ ਅਸੀਂ ਰੋਜ਼ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਂਗੇ, ਇਸ ਤਰ੍ਹਾਂ ਦੀਆਂ ਸਾਖੀਆਂ ਸੁਣਾਂਗੇ ਅਤੇ ਸਾਡਾ ਜੀਵਨ ਜਿਹੜਾ ਹੈ ਉਹ ਜ਼ਰੂਰ ਹੀ ਤਬਦੀਲ ਹੋਵੇਗਾ। ਅਤੇ ਸਾਨੂੰ ਆਪਣੇ ਮਾਤਾ ਪਿਤਾ ਤੋਂ, ਆਪਣੇ ਦਾਦਾ ਦਾਦੀ ਜੀ ਤੋਂ, ਉਹਨਾਂ ਦੇ ਕੋਲ ਬੈਠ ਕੇ ਜ਼ਰੂਰ ਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਖੀਆਂ ਜਾਂ ਕਹਾਣੀਆਂ ਸੁਣਨੀਆਂ ਚਾਹੀਦੀਆਂ ਨੇ। ਇਹ ਬਹੁਤ ਵਧੀਆ ਗੱਲ ਹੈ ਬੱਚੇ। ਇਸ ਦੇ ਨਾਲ ਸਾਡੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ, ਸਾਡੀਆਂ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਨੇ ਉਹਨਾਂ ਦਾ ਸਾਡੇ ਅੰਦਰ ਨਿਰਮਾਣ ਹੁੰਦਾ ਹੈ, ਜਿਸ ਦੀ ਕਿ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਜਿਹੜੀ ਲੋੜ ਹੈਗੀ ਹੈ। ਬੱਚਿਆਂ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਘਟਦੀਆਂ ਜਾ ਰਹੀਆਂ ਹਨ ਅਤੇ ਕਹਾਣੀਆਂ ਜਿਹੜੀਆਂ ਨੇ ਉਹ ਸੁਣਨ ਦੇ ਨਾਲ ਇਸ ਆਪਣੇ ਆਪ ਸਾਡੇ ਅੰਦਰ ਜਿਹੜੀਆਂ ਨੇ ਉਹ ਪੈਦਾ ਹੁੰਦੀਆਂ ਨੇ। ਅਤੇ ਦੂਸਰੀ ਗੱਲ, ਹੁਣ ਅਸੀਂ ਕਰਾਂਗੇ ਕਹਾਣੀ ਰਚਨਾ ਬਾਰੇ ਕਿ ਕਹਾਣੀ ਦੀ ਰਚਨਾ ਜਿਹੜੀ ਹੈ ਉਹ ਕਿਵੇਂ ਕਰਨੀ ਹੈ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਕੋਈ ਵੀ ਸਾਡੇ ਜੀਵਨ ਵਿੱਚ ਘਟਨਾ ਵਾਪਰਦੀ ਹੈ ਤਾਂ ਉਹ ਹਰ ਇੱਕ ਘਟਨਾ ਜਿਹੜੀ ਹੈ ਕਹਾਣੀ ਦੇ ਰੂਪ ਧਾਰਨ ਕਰ ਲੈਂਦੀ ਹੈ। ਠੀਕ ਹੈ, ਬਾਅਦ ਵਿੱਚ ਅਤੇ ਜਦੋਂ ਵੀ ਅਸੀਂ ਕੋਈ ਕਹਾਣੀ ਲਿਖਣੀ ਹੁੰਦੀ ਹੈ ਅਸੀਂ ਉਸ ਦਾ ਸਿਰਲੇਖ ਦੇਖਦੇ ਹਾਂ ਪਹਿਲਾਂ। ਜਿਵੇਂ ਦੇਖੋ, ਤੁਹਾਡੀ ਜਿਹੜੀ ਅੱਜ ਦੀ ਕਹਾਣੀ ਹੈ ਉਸ ਦਾ ਸਿਰਲੇਖ ਹੈ ਬੁਰੀ ਸੰਗਤ। ਹੁਣ ਇਸ ਦੇ ਅਨੁਸਾਰ ਹੀ ਅਸੀਂ ਕਹਾਣੀ ਜਿਹੜੀ ਸੋਚਾਂਗੇ ਕਿ ਬੁਰੀ ਸੰਗਤ, ਜ਼ਰੂਰੀ ਨਹੀਂ ਹੈ ਕਿ ਬੁਰੀ ਸੰਗਤ ਬਾਰੇ ਜਿਹੜੀ ਤੁਹਾਡੀ ਕਿਤਾਬ ਵਿੱਚ ਕਹਾਣੀ ਦਿੱਤੀ ਹੈ ਉਹੀ ਤੁਸੀਂ ਲਿਖਣੀ ਹੈ। ਤੁਸੀਂ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਨੇ ਸਾਡੀ ਅੱਜ ਦੀ ਜ਼ਿੰਦਗੀ ਵਿੱਚ, ਜਿਹੜੀ ਸਾਡੀ ਯਥਾਰਥਿਕ ਦੀ ਜ਼ਿੰਦਗੀ ਹੈ ਉਹਦੇ ਵਿੱਚ ਵੀ ਬਹੁਤ ਸਾਰੀਆਂ ਉਦਾਹਰਨਾਂ ਨੇ ਕਿ ਜਿਸ ਦੇ ਨਾਲ ਬੁਰੀ ਸੰਗਤ ਕਰਨ ਦੇ ਨਾਲ ਜਿਹੜਾ ਹੈ ਉਹ ਬੱਚੇ ਜਿਹੜੇ ਕਿੰਨੇ ਉਹਨਾਂ ਦਾ ਜੀਵਨ ਬਰਬਾਦ ਹੋ ਰਿਹਾ ਹੈ, ਉਹ ਨਸ਼ੇ ਵਿੱਚ ਗਲਤਾਨ ਹੋ ਰਹੇ ਨੇ, ਉਹ ਗਲਤ ਕਦਰਾਂ ਕੀਮਤਾਂ ਅਪਣਾ ਰਹੇ ਨੇ, ਗਲਤ ਕੰਮ ਕਰ ਰਹੇ ਨੇ। ਸੋ ਅਸੀਂ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਉਹ ਆਪ ਵੀ ਉਹਨਾਂ ਦੀ ਰਚਨਾ ਕਰ ਸਕਦੇ ਹਾਂ। ਹਾਂਜੀ, ਚਲੋ ਆਪਾਂ ਸ਼ੁਰੂ ਕਰਦੇ ਹਾਂ। ਕਹਾਣੀ ਬੁਰੀ ਸੰਗਤ। ਹੁਣ ਇਸ ਦੇ ਵਿੱਚ ਦੇਖੋ ਕਿ ਸੰਗਤ ਦਾ ਮਤਲਬ ਹੁੰਦਾ ਹੈ ਸਾਥ, ਤੁਹਾਡੇ ਦੋਸਤ ਮਿੱਤਰ, ਤੁਹਾਡੀ ਸੰਗਤ, ਤੁਹਾਡੇ ਸਾਥ ਰਹਿਣ ਵਾਲੇ, ਨਾਲ ਰਹਿਣ ਵਾਲੇ ਜਿਹੜੇ ਨੇ ਉਹ ਕਿਵੇਂ ਦੇ ਨੇ। ਬੁਰੀ ਹੁੰਦਾ ਹੈ ਗਲਤ, ਕੋਈ ਬੁਰਾ ਕੰਮ ਕਰਦੇ ਨੇ ਜਿਹੜੇ। ਜੇ ਤੁਹਾਨੂੰ ਬੁਰੀ ਸੰਗਤ ਮਿਲੇਗੀ ਤਾਂ ਤੁਸੀਂ ਬੁਰੇ ਇਨਸਾਨ ਬਣੋਗੇ, ਜੇ ਚੰਗੀ ਸੰਗਤ ਮਿਲੇਗੀ ਤਾਂ ਤੁਸੀਂ ਚੰਗੇ ਇਨਸਾਨ ਬਣੋਗੇ। ਇਹੀ ਇਸ ਕਹਾਣੀ ਦੇ ਵਿੱਚ ਸਮਝਾਇਆ ਗਿਆ ਹੈ। ਹੁਣ ਅਸੀਂ ਪੜ੍ਹਦੇ ਹਾਂ ਕਹਾਣੀ ਬੁਰੀ ਸੰਗਤ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਹਾਂਜੀ,
ਕਹਾਣੀਆਂ ਜਦੋਂ ਵੀ ਅਸੀਂ ਸ਼ੁਰੂ ਕਰਦੇ ਹਾਂ, ਇੱਕ ਵਾਰ ਦੀ ਗੱਲ ਹੈ, ਬਹੁਤ ਸਾਲ ਪਹਿਲਾਂ ਦੀ ਗੱਲ ਹੈ ਜਾਂ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ, ਅਸੀਂ ਇਸ ਤਰ੍ਹਾਂ ਹੀ ਸ਼ੁਰੂ ਕਰਦੇ ਹਾਂ। ਇੱਕ ਅਮੀਰ ਵਿਅਕਤੀ ਦਾ ਪੁੱਤਰ ਬੁਰੀ ਸੰਗਤ ਵਿੱਚ ਪੈ ਗਿਆ ਸੀ। ਬਹੁਤ ਅਮੀਰ ਵਿਅਕਤੀ ਸੀ, ਉਸ ਦਾ ਜਿਹੜਾ ਪੁੱਤਰ ਸੀ ਉਹ ਬੁਰੀ ਸੰਗਤ ਵਿੱਚ, ਭਾਵ ਉਹਦੇ ਜਿਹੜੇ ਦੋਸਤ ਮਿੱਤਰ ਸਾਥੀ ਸਨ ਉਹ ਚੰਗੇ ਨਹੀਂ ਸਨ, ਉਹਨਾਂ ਦੀ ਸੰਗਤ ਜਿਹੜੀ ਸੀ ਉਹ, ਉਸ ਬੱਚੇ ਦੀ ਸੰਗਤ ਜਿਹੜੀ ਸੀ ਉਹ ਬੁਰੀ ਸੀ। ਉਹ ਸਾਰਾ ਸਮਾਂ ਵਿਹਲਾ ਫਿਰਦਾ ਰਹਿੰਦਾ ਸੀ, ਸਾਰਾ ਦਿਨ ਹਮੇਸ਼ਾ ਉਹ ਵਿਹਲਾ ਫਿਰਦਾ ਰਹਿੰਦਾ ਸੀ, ਕੋਈ ਵੀ ਕੰਮ ਨਹੀਂ ਕਰਦਾ ਸੀ। ਫਿਕਰਮੰਦ ਹੁੰਦਾ ਹੈ ਚਿੰਤਾ ਕਰਨੀ। ਮਾਤਾ ਪਿਤਾ ਨੂੰ ਜਦੋਂ ਬੱਚੇ ਕੋਈ ਕੰਮ ਨਹੀਂ ਕਰਦੇ, ਬੱਚੇ ਵਿਗੜ ਜਾਂਦੇ ਨੇ ਤੇ ਮਾਤਾ ਪਿਤਾ ਨੂੰ ਫਿਕਰ ਹੁੰਦਾ ਹੈ, ਠੀਕ ਹੈ। ਫਿਕਰਮੰਦ ਪਿਤਾ ਨੇ ਉਸ ਨੂੰ ਸਮਝਾਉਣਾ, ਉਸ ਨੂੰ ਚੰਗੀ ਸਿੱਖਿਆ ਦੇਣੀ, ਸਮਝਾਉਣਾ ਕਿ ਬੱਚੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈ, ਲਈ ਇੱਕ ਯੋਜਨਾ ਬਣਾਈ। ਯੋਜਨਾ ਹੁੰਦਾ ਹੈ ਇੱਕ ਸਕੀਮ ਬਣਾਉਣੀ, ਵਿਉਂਤ ਬਣਾਉਣੀ। ਕਿਹੜੀ ਯੋਜਨਾ ਬਣਾਈ? ਦੇਖੋ, ਪਿਤਾ ਨੇ ਪੁੱਤਰ ਨੂੰ ਬਾਜ਼ਾਰੋਂ ਚੰਗੇ ਸੇਬ ਲਿਆਉਣ ਲਈ ਕਿਹਾ, ਠੀਕ ਹੈ। ਕੀ ਕਿਹਾ? ਪਿਤਾ ਨੇ ਪੁੱਤਰ ਨੂੰ ਚੰਗੇ ਸੇਬ ਲਿਆਉਣ ਲਈ ਕਿਹਾ। ਪਿਤਾ ਨੇ ਆਪ ਇੱਕ ਖਰਾਬ ਸੇਬ ਲੈ ਆਂਦਾ। ਪੁੱਤਰ ਨੂੰ ਕੀ ਕਿਹਾ? ਚੰਗੇ ਸੇਬ ਲਿਆਉਣ ਵਾਸਤੇ ਕਿਹਾ ਤੇ ਆਪ ਸਿਰਫ ਇੱਕ ਸੇਬ ਜਿਹੜਾ ਖਰਾਬ ਸੀ ਉਹ ਲੈ ਆਂਦਾ। ਉਸ ਨੇ ਪੁੱਤਰ ਨੂੰ ਚੰਗੇ ਸੇਬਾਂ ਵਾਲੀ ਟੋਕਰੀ ਵਿੱਚ ਖਰਾਬ ਸੇਬ ਰੱਖਣ ਲਈ ਕਿਹਾ। ਆਪਣੇ ਪੁੱਤਰ ਨੂੰ ਉਸਨੇ ਕਿਹਾ ਕਿ ਜਿਹੜੀ ਤੁਸੀਂ ਸੇਬ ਲੈ ਕੇ ਆਏ ਹੋ ਉਸ ਦੇ ਚੰਗੇ ਸੇਬਾਂ ਵਾਲੀ ਟੋਕਰੀ ਵਿੱਚ ਇਹ ਜਿਹੜਾ ਖਰਾਬ ਸੇਬ ਹੈ ਉਹ ਵੀ ਰੱਖ ਦਿਓ। 2 ਦਿਨਾਂ ਮਗਰੋਂ ਪਿਤਾ ਨੇ ਪੁੱਤਰ ਤੋਂ ਸੇਬਾਂ ਵਾਲੀ ਟੋਕਰੀ ਮੰਗਵਾਈ। ਫਿਰ ਉਸਨੇ ਆਪਣੇ ਪੁੱਤਰ ਨੂੰ ਕਿਹਾ ਕਿ ਉਹ ਟੋਕਰੀ ਲੈ ਕੇ ਆਓ ਜਿਹੜੀ ਸੇਬਾਂ ਵਾਲੀ ਤੁਸੀਂ ਰੱਖੀ ਸੀ। ਪੁੱਤਰ ਇਹ ਵੇਖ ਕੇ ਹੈਰਾਨ ਹੋ ਜਾਣਾ, ਅਚੰਭਿਤ ਰਹਿ ਜਾਣਾ, ਠੀਕ ਹੈ। ਜਦੋਂ ਆਪਾਂ ਕੋਈ ਚੀਜ਼ ਇਸ ਤਰ੍ਹਾਂ ਦੀ ਦੇਖਦੇ ਹਾਂ ਕਿ ਆਪਣੇ ਹਾਵ ਭਾਵ ਇੱਕਦਮ ਹੈਰਾਨੀ ਵਾਲੇ ਹੋ ਜਾਂਦੇ ਨੇ ਕਿ ਇਹ ਕਿਵੇਂ ਹੋ ਗਿਆ, ਇਹ ਕੀ ਹੋ ਗਿਆ। ਹੈਰਾਨ ਹੋ ਗਿਆ ਕਿ ਸਾਰੇ ਚੰਗੇ ਸੇਬ ਵੀ ਖਰਾਬ ਹੋ ਗਏ ਸਨ। ਉਸਨੇ ਤੇ ਸਾਰੇ ਚੰਗੇ ਸੇਬ ਲਿਆਂਦੇ ਸਨ ਬਾਜ਼ਾਰ ਤੋਂ, ਪਰ ਉਸਦੇ ਪਿਤਾ ਨੇ ਇੱਕ ਹੀ ਸੇਬ ਵਿੱਚ ਰੱਖਿਆ ਸੀ ਖਰਾਬ, ਠੀਕ ਹੈ। ਤੇ ਹੁਣ ਉਸਨੇ ਬੜਾ ਹੈਰਾਨ ਹੋ ਗਿਆ ਉਹ ਦੇਖ ਕੇ ਕਿ ਸਾਰੇ ਚੰਗੇ ਸੇਬ ਵੀ ਖਰਾਬ ਹੋ ਗਏ ਸਨ। ਪਿਤਾ ਨੇ ਇਸ ਸਮੇਂ ਪੁੱਤਰ ਨੂੰ ਸਮਝਾਇਆ। ਹੁਣ ਪਿਤਾ ਨੇ ਪੁੱਤਰ ਨੂੰ ਕੀ ਸਮਝਾਇਆ ਕਿ ਜਿਵੇਂ ਇੱਕ ਮਾੜੇ ਸੇਬ ਨੇ ਸਾਰੇ ਚੰਗੇ ਸੇਬ ਖਰਾਬ ਕਰ ਦਿੱਤੇ ਹਨ, ਉਸੇ ਤਰ੍ਹਾਂ ਹੀ ਬੁਰੇ ਲੋਕਾਂ ਦੀ ਸੰਗਤ ਚੰਗੇ ਲੋਕਾਂ ਨੂੰ ਵੀ ਬੁਰਾ ਬਣਾ ਦਿੰਦੀ ਹੈ। ਹੁਣ ਦੇਖੋ, ਜੇ ਬੁਰੇ ਲੋਕਾਂ ਦੀ ਸੰਗਤ ਕਰੋਗੇ ਤੁਸੀਂ ਵੀ ਬੁਰੇ ਬਣੋਗੇ। ਬੁਰੇ ਲੋਕਾਂ ਦੀ ਸੰਗਤ ਚੰਗੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਵੀ ਬੁਰਾ ਬਣਾ ਦਿੰਦੀ ਹੈ। ਜਿਵੇਂ ਦੇਖੋ, ਤੁਸੀਂ ਟੀਵੀ ਨਹੀਂ ਦੇਖਦੇ, ਠੀਕ ਹੈ, ਤੁਸੀਂ ਕੋਈ ਫਿਲਮ ਨਹੀਂ ਦੇਖਦੇ ਜਾਂ ਕੁਝ ਵੀ, ਤੇ ਤੁਹਾਡੇ ਦੋਸਤ ਤੁਹਾਨੂੰ ਕਹਿੰਦੇ ਨੇ ਕਿ ਇਹ ਤੁਹਾਨੂੰ ਦੇਖਣੀ ਚਾਹੀਦੀ ਹੈ, ਇਹ ਫਿਲਮ ਦੇਖਿਆ ਕਰ। ਜੇ ਤੁਸੀਂ ਆਪਣੇ ਮਾਤਾ ਪਿਤਾ ਨਾਲ ਕੋਈ ਕੰਮ ਕਰਵਾਉਂਦੇ ਹੋ, ਤੁਹਾਡੇ ਦੋਸਤ ਕਹਿੰਦੇ ਨੇ ਕਿ ਤੂੰ ਸਾਰਾ ਦਿਨ ਕੰਮ ਕਰਦਾ ਰਹਿੰਦਾ ਹੈ, ਤੈਨੂੰ ਕੰਮ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਦੇ ਲੋਕ ਕੀ ਹੁੰਦੇ ਨੇ? ਬੁਰੇ ਹੁੰਦੇ ਨੇ, ਜੋ ਦੂਜਿਆਂ ਨੂੰ ਵੀ ਬੁਰਾ ਬਣਾ ਦਿੰਦੇ ਹਨ। ਜਿਵੇਂ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ, ਉਹ ਇੱਕ ਦੂਜੇ ਨੂੰ ਨਸ਼ੇ ਵਿੱਚ ਲਗਾ ਰਹੀ ਹੈ, ਠੀਕ ਹੈ। ਜ਼ਬਰਦਸਤੀ ਇੱਕ ਸਟੈਂਡਰਡ ਬਣਾਇਆ ਹੋਇਆ ਹੈ, ਠੀਕ ਹੈ, ਤੁਸੀਂ ਸਭ ਵੀ ਜਾਣਦੇ ਹੋ। ਹੋਰ ਵੀ ਬਹੁਤ ਸਾਰੇ ਬੁਰੇ ਕੰਮ ਨੇ ਜਿਹੜੇ ਇੱਕ ਦੂਜੇ ਨੂੰ ਸਿਖਾਏ ਜਾਂਦੇ ਨੇ, ਕਿਹਨਾਂ ਦੁਆਰਾ? ਬੁਰੇ ਲੋਕਾਂ ਦੁਆਰਾ, ਬੁਰੀ ਸੰਗਤ ਦੁਆਰਾ। ਜੇਕਰ ਅਸੀਂ ਬੁਰੀ ਸੰਗਤ ਨਹੀਂ ਕਰਾਂਗੇ ਤਾਂ ਅਸੀਂ ਬੁਰੇ ਨਹੀਂ ਬਣਾਂਗੇ। ਮੁੰਡੇ ਨੂੰ ਪਿਤਾ ਦੀ ਸਾਰੀ ਗੱਲ ਸਮਝ ਆ ਗਈ। ਹੁਣ ਜਿਹੜਾ ਮੁੰਡਾ ਸੀ ਸਮਝ ਗਿਆ ਕਿ ਉਸਦੇ ਪਿਤਾ ਜੀ ਉਸਨੂੰ ਕੀ ਸਮਝਾਉਣਾ ਚਾਹੁੰਦੇ ਸਨ। ਫਿਰ ਉਸਨੇ ਬੁਰੀ ਸੰਗਤ ਵਿੱਚ ਰਹਿਣਾ ਬੰਦ ਕਰ ਦਿੱਤਾ। ਹਮੇਸ਼ਾ ਇਹ ਜ਼ਰੂਰ ਦੇਖੋ ਕਿ ਤੁਹਾਡੀ ਸੰਗਤ ਕਿਵੇਂ ਦੀ ਹੈ, ਠੀਕ ਹੈ। ਜੇਕਰ ਤੁਹਾਨੂੰ ਕੋਈ ਬੁਰੀ ਸਿੱਖਿਆ ਦਿੰਦਾ ਹੈ ਤਾਂ ਹਮੇਸ਼ਾ ਉਸ ਤੋਂ ਦੂਰ ਹੀ ਰਹੋ। ਉਸ ਦੀ ਸੰਗਤ ਨਾਲੋਂ ਚੰਗਾ ਹੈ ਇਕੱਲੇ ਹੀ ਰਹੋ। ਸਿੱਖਿਆ, ਬੁਰੀ ਸੰਗਤ ਤੋਂ ਬਚ ਕੇ ਰਹੋ। ਸਾਨੂੰ ਇਸ ਕਹਾਣੀ ਤੋਂ ਹੁਣ ਸਾਨੂੰ ਕੀ ਸਿੱਖਿਆ ਮਿਲਦੀ ਹੈ? ਇਹ ਸਿੱਖਿਆ ਮਿਲੀ ਕਿ ਹਮੇਸ਼ਾ ਬੁਰੀ ਸੰਗਤ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਹੁਣ ਦੇਖੋ, ਇੱਕ ਛੋਟੀ ਜਿਹੀ ਕਹਾਣੀ ਸੀ
ਤੇ ਇਸ ਨੇ ਸਾਨੂੰ ਕਿੰਨੀ ਵਧੀਆ ਸਿੱਖਿਆ ਦਿੱਤੀ। ਸੋ ਹਮੇਸ਼ਾ ਜਿਹੜੀਆਂ ਨੇ ਕਹਾਣੀਆਂ ਸਾਨੂੰ ਸੁਣਨੀਆਂ ਤੇ ਪੜ੍ਹਨੀਆਂ ਚਾਹੀਦੀਆਂ ਨੇ, ਆਪਣੇ ਜੀਵਨ ਵਿੱਚ ਵੀ ਉਹਨਾਂ ਦੀ ਸਿੱਖਿਆ ਨੂੰ ਅਪਣਾਉਣਾ ਚਾਹੀਦਾ ਹੈ। ਠੀਕ ਹੈ, ਇਹ ਬੜੀ ਹੀ ਦਿਲਚਸਪ ਰੌਚਕ ਹੁੰਦੀਆਂ ਨੇ ਕਹਾਣੀਆਂ, ਤੇ ਨਾਲ ਦੀ ਨਾਲ ਸਾਨੂੰ ਇੱਕ ਬਹੁਤ ਵਧੀਆ ਸਿੱਖਿਆ ਵੀ ਦੇ ਕੇ ਜਾਂਦੀਆਂ ਨੇ। ਹਾਂਜੀ ਬੱਚਿਓ, ਹੁਣ ਤੁਸੀਂ ਜਿਹੜੀ ਕਹਾਣੀ ਪੜ੍ਹੀ ਹੈ ਬੁਰੀ ਸੰਗਤ, ਇਸ ਨੂੰ ਆਪਣੀ ਕਾਪੀ ਦੇ ਵਿੱਚ ਵੀ ਲਿਖਣਾ ਹੈ ਤੇ ਇਸ ਨੂੰ ਪੜ੍ਹਨਾ ਹੈ ਤੇ ਯਾਦ ਵੀ ਕਰਨਾ ਹੈ। ਤੇ ਜੇਕਰ ਤੁਸੀਂ ਇਸ ਤਰ੍ਹਾਂ ਦੀ ਕੋਈ ਹੋਰ ਕਹਾਣੀ ਆਪਣੇ ਕੋਲੋਂ ਬਣਾ ਕੇ ਲਿਖ ਸਕਦੇ ਹੋ, ਮੌਲਿਕ ਰਚਨਾ ਕਰ ਸਕਦੇ ਹੋ, ਤਾਂ ਇਹ ਬਹੁਤ ਵਧੀਆ ਗੱਲ ਹੋਵੇਗੀ। ਤੁਸੀਂ ਉਹ ਕਹਾਣੀ ਲਿਖ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ। ਠੀਕ ਹੈ, ਕੋਈ ਵੀ ਆਪਣੇ ਕੋਲੋਂ ਕਹਾਣੀ ਤੁਸੀਂ ਲਿਖ ਸਕਦੇ ਹੋ। ਇਸ ਦੇ ਨਾਲ ਤੁਹਾਡੀ ਲਿਖਣ ਕਲਾ ਜਿਹੜੀ ਹੈ ਉਸ ਦਾ ਵੀ ਵਿਕਾਸ ਹੋਵੇਗਾ। ਧੰਨਵਾਦ।